ਸਮਗਲਰ ਹੋਣਗੇ ਉਹ ਹਮੇਸ਼ਾ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਇਨਵੋਲਵ ਹੋਣਗੇ। ਸੋ ਇਹ ਜਿਹੜੀ ਆ ਪ੍ਰਾਇਮਰੀਲੀ ਜਿਹੜੀਆਂ ਅਚੀਵਮੈਂਟਸ ਨੇ। ਤੁਸੀਂ ਹੁਣ ਕੋਈ ਸਪੈਸੀਫਿਕ ਕੋਈ ਕੁਐਰੀ ਹੋਵੇ ਕਿਸੇ ਦੀ ਸਪੈਸ਼ਲੀ ਡਰੱਗਸ ਰਿਲੇਟਡ ਪਹਿਲਾਂ ਉਹ ਤੁਸੀਂ ਪੁੱਛ ਸਕਦੇ ਹੋ। ਇਹਦੇ ਵਿੱਚ ਬੂਟਾ ਖਾਨ ਏਲੀਅਸ ਬੱਗਾ ਖਾਨ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ, ਉਹਦੇ ਤੋਂ ਜੇਲ੍ਹ 'ਚ ਮੋਬਾਈਲ ਰਿਕਵਰ ਹੋਇਆ ਸੀਗਾ ਫਰੀਦਕੋਟ ਜੇਲ੍ਹ ਦੇ ਵਿੱਚ। ਫਿਰ ਜਦੋਂ ਫਰਦਰ ਇਨਵੈਸਟੀਗੇਸ਼ਨ ਚੱਲੀ ਤਾਂ ਉਹਦਾ ਇੱਕ ਦੁਬਈ ਦੇ ਵਿੱਚ ਬੰਦਾ ਸੀਗਾ, ਰੀਅਲ ਨੇਮ ਨਹੀਂ ਕਹਿ ਸਕਦੇ ਕੀ ਹੈ ਬਟ ਤਾਰਿਕ ਬਾਈਜ਼ਾਨ ਦਾ ਨਾਮ ਆਇਆ ਸੀਗਾ, ਉਹਦੇ ਨਾਲ ਉਹ ਟੱਚ ਦੇ ਵਿੱਚ ਸੀਗਾ। ਉੱਥੋਂ ਫਿਰ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਨੇ ਇੱਕ ਇੰਪੋਰਟ ਲਾਇਸੈਂਸ ਵਾਸਤੇ ਬੰਦਾ ਲੱਭਿਆ ਕਿ ਕੋਈ ਬੰਦਾ ਐਸਾ ਲੱਭਿਆ ਜਾਵੇ ਜਿਹਦੇ ਕੋਲ ਲਾਇਸੈਂਸ ਹੋਵੇ। ਸੋ ਡਿਲਾਈਟ ਇੰਪੋਰਟ ਐਕਸਪੋਰਟ ਲਾਇਸੈਂਸ ਨਾਮ ਦੀ ਇੱਕ ਕੰਪਨੀ ਇਹਨਾਂ ਨੇ ਲੱਭੀ। ਉਹ ਕੰਪਨੀ ਕੱਪੜੇ ਦਾ ਟ੍ਰੇਡ ਕਰਦੀ ਸੀਗੀ। ਸੋ ਕੱਪੜੇ ਦੇ ਟ੍ਰੇਡ ਦੀ ਇਵਜ਼ ਦੇ ਵਿੱਚ 75 ਕਿਲੋ ਜਿਹੜੀ ਕੰਸਾਈਨਮੈਂਟ ਆਈ। ਜਦੋਂ ਪੁੱਛਗਿੱਛ 'ਚ ਪਤਾ ਲੱਗਾ ਫਿਰ ਆਪਣੀ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਗੁਜਰਾਤ ਪੁਲਿਸ ਦੇ ਨਾਲ ਸੰਪਰਕ ਕੀਤਾ ਔਰ ਉੱਥੋਂ ਇਹ ਰਿਕਵਰੀ ਹੋਈ 75 ਕਿਲੋ ਦੀ। ਸੋ ਆਈ ਜਿਹੜੀ ਸੀਗੀ ਉਹ ਕੱਪੜੇ ਦੀ ਇਵਜ਼ ਦੇ ਵਿੱਚ ਆਈ ਸੀਗੀ। ਈਵਨ ਕੱਪੜੇ ਦੇ ਜਿਹੜੇ ਥਾਨ ਆਪਾਂ ਪਲਾਸਟਿਕ ਦੇ ਆਸ-ਪਾਸ ਲਪੇਟਦੇ ਹਾਂ ਉਹਦੇ ਅੰਦਰ ਹੈਰੋਇਨ ਦੀ ਖੇਪ ਬਰਾਮਦ ਹੋਈ ਇਸ ਕੱਪੜੇ ਦੇ। ਉਹ ਸਾਰਾ ਚੱਲ ਰਿਹਾ ਅਜੇ ਕਿਉਂਕਿ ਇਹਦੇ ਵਿੱਚ ਅਜੇ ਜਿਹੜਾ ਇੱਕ ਤਾਂ ਇੰਪੋਰਟ ਐਕਸਪੋਰਟ ਦਾ ਜਿਹਦਾ ਲਾਇਸੈਂਸ ਸੀਗਾ ਉਹ ਬੰਦਾ ਪਲੱਸ ਇੱਕ ਦੀਪਕ ਨਾਮ ਦਾ ਬੰਦਾ ਇਹਦੇ ਵਿੱਚ ਫਿਗਰ ਹੋ ਰਿਹਾ ਵਾ ਜਿਹੜਾ ਲੋਕਲ ਜਿਹਨੇ ਉਹ ਇੰਪੋਰਟ ਐਕਸਪੋਰਟ ਦੇ ਲਾਇਸੈਂਸ ਵਾਲੇ ਬੰਦੇ ਨਾਲ ਕੰਟੈਕਟ ਕੀਤਾ ਸੀਗਾ। ਸੋ ਉਹ ਜਦੋਂ ਅੱਗੇ ਫੜੇ ਜਾਣਗੇ ਉਹ ਫਰਦਰ ਕੜੀ ਜੁੜੇਗੀ। ਹੋ ਸਕਦਾ ਹੋਰ ਵੀ ਖੇਪ ਆਈ ਹੋਵੇ ਇਹਦੇ ਨਾਲ ਰਿਲੇਟਡ। ਉਹ ਸਾਰੇ ਪਹਿਲੂਆਂ ਦੀ ਜਿਹੜੀ ਤਫਤੀਸ਼ ਕਰਦੇ ਪਏ ਸਰ ਜਿਹੜੇ ਆਪਣੇ 75 ਕਿਲੋ ਵਾਲੇ ਚ ਤੁਸੀਂ ਚਾਹੁੰਦੇ ਹੋ ਜੀ ਉਹਦੇ ਵਿੱਚ ਕਾਫੀ ਸਾਰੇ ਨਾਮ ਹਨ। ਜਿਹੜਾ ਪ੍ਰਾਇਮਰੀਲੀ ਜਿਹੜੇ ਬੰਦੇ ਪਹਿਲਾਂ ਤਾਂ ਮੈਂ ਦੱਸਾਂਗਾ ਕਿ ਜਿਹੜਾ ਦੀਪਕ ਨਾਮ ਦਾ ਇੱਕ ਬੰਦਾ ਸੀਗਾ ਜਿਹੜਾ ਸਭ ਤੋਂ ਪਹਿਲਾਂ ਬੰਦਾ ਫੜਿਆ ਸੀਗਾ ਉਹ ਮੁਹੰਮਦ ਸ਼ੇਖ ਸੀਗਾ, ਮੁਹੰਮਦ ਸੈਯਦ ਸ਼ੇਖ। ਉਹਦੇ ਤੋਂ ਅੱਗੇ ਗੱਲ ਚੱਲੀ ਸੀ ਕਿ ਪ੍ਰਦੀਪ ਸਿੰਘ ਨਾਮ ਦੇ ਬੰਦੇ ਤੋਂ ਲੈਂਦਾ ਹੈ ਉਹ। ਜਦੋਂ ਪ੍ਰਦੀਪ ਸਿੰਘ ਦੇ ਕੋਲੋਂ 260 ਗ੍ਰਾਮ ਦੀ ਰਿਕਵਰੀ ਹੋਈ ਪ੍ਰਦੀਪ ਸਿੰਘ ਕੋਲੋਂ, ਪ੍ਰਦੀਪ ਸਿੰਘ ਨੇ ਦੱਸਿਆ ਕਿ ਬੱਗਾ ਖਾਨ ਥਰੂ ਸਮ ਕੰਟੈਕਟਸ ਇਹਨੂੰ ਅਰੇਂਜ ਕਰਕੇ ਦਿੰਦਾ ਸੀਗਾ। ਫਿਰ ਬੱਗਾ ਖਾਨ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ। ਜਦੋਂ ਉਹਦੇ ਤੋਂ ਫਰਦਰ ਅੱਗੇ ਪੁੱਛਗਿੱਛ ਚੱਲੀ ਤਾਂ ਉਹਦੇ ਚ ਆਇਆ ਕਿ ਦੀਪਕ ਨਾਮ ਦਾ ਇੱਕ ਬੰਦਾ ਸੀਗਾ ਮਲੇਰਕੋਟਲਾ ਦਾ। ਉਹ ਦੀਪਕ ਨੇ ਜਿਹੜੇ ਉਹ ਇੰਪੋਰਟ ਐਕਸਪੋਰਟ ਦੇ ਉਹ ਅਜੇ ਜੈਨ ਤੇ ਸੀਮਾ ਜੈਨ ਜਿਨ੍ਹਾਂ ਦੇ ਨਾਮ ਤੇ ਉਹ ਲਾਇਸੈਂਸ ਆ। ਸੋ ਉਹਨਾਂ ਦੇ ਥਰੂ ਉਹਨਾਂ ਨੇ ਮੰਗਾਈ ਸੀਗੀ। ਸੋ ਇਹ ਸਾਰੇ ਜਿੰਨੇ ਵੀ ਬੰਦੇ ਇਸ ਲੜੀ ਦੇ ਵਿੱਚ ਹੈਗੇ ਆ ਉਹ ਸਾਰੇ ਇਸ ਕੇਸ 'ਚ ਨੋਮੀਨੇਟ ਕੀਤੇ ਆ। ਇਹਦੇ ਵਿੱਚ 2 ਹੋਰ ਬੰਦਿਆਂ ਦੇ ਨਾਮ ਫਿਗਰ ਹੋਏ ਸੀ ਅੰਬਾਲੇ ਦੇ, ਉਹਨਾਂ ਦਾ ਵੀ ਇਹਦੇ ਰੋਲ ਐਗਜ਼ਾਮਿਨ ਕੀਤਾ ਜਾ ਰਿਹਾ। ਸੋ ਟੋਟਲ ਜਿਹੜੇ ਨੇ 7 ਤੋਂ 8 ਦੇ ਕਰੀਬ ਬੰਦੇ ਨੇ ਜਿਹੜੇ ਇਹਦੇ ਵਿੱਚ ਸਾਰੇ ਇਨਵੋਲਵ ਨੇ। ਉਹ ਸਾਰਾ ਮਲੇਰਕੋਟਲਾ ਪੁਲਿਸ ਫਾਲੋ ਅਪ ਕਰ ਰਹੀ ਹੈ ਉਹ ਸਾਰੇ ਐਪੀਸੋਡ। ਜਿਹੜੇ ਹੁਣ ਤੁਸੀਂ ਵੱਡੀ ਅਸਾਈਨਮੈਂਟ ਪਕੜੀ ਆ ਇਹਨਾਂ ਵਿੱਚ ਜਿਹੜੇ ਆਪਣਾ ਪਹਿਲਾਂ ਫੋਰਨ 'ਚ ਬੈਠੇ ਆ ਡਰੱਗ ਜਿਨ੍ਹਾਂ ਦੀ ਐਕਸਟ੍ਰਾਡੀਸ਼ਨ ਦੀ ਆਪਾਂ ਟਰਾਈ ਕਰ ਰਹੇ ਆ, ਇਹ ਕੀ ਕਿਤੇ ਉੱਥੋਂ ਚੱਲ ਰਹੇ ਆ ਹੁਣ ਰੈਕਟ ਇਹ ਥੋੜਾ ਐਕਸਪਲੇਨ ਕਰੋਗੇ? ਨਹੀਂ, ਇਹ ਜਿਹੜੀਆਂ ਵੱਡੀਆਂ ਕੰਸਾਈਨਮੈਂਟਸ ਫੜੀਆਂ ਵਾ ਉਹਦੀ ਬੈਕਗ੍ਰਾਉਂਡ ਚੈੱਕ ਕੀਤੀ ਜਾ ਰਹੀ ਹੈ ਬਟ ਉਹਦਾ ਪ੍ਰਾਇਮਰੀਲੀ ਅਜੇ ਜਿਹੜਾ ਕੰਟੈਕਟ ਆ ਇੱਕ ਤਾਂ ਕੇਸ ਜਿਹੜਾ ਪਿਓਰਲੀ ਇੰਟੈਲੀਜੈਂਸ ਇਨਪੁਟ ਸੀਗੀ ਉਹਦੀ ਤਹਿ ਤੱਕ ਤਾਂ ਜਦੋਂ ਮਹਾਰਾਸ਼ਟਰ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਫਰਦਰ ਉਹੀ ਉਹਦੀ ਤਹਿ ਤੱਕ ਜਾਣਗੇ। ਜਿਹੜੀ ਗੁਜਰਾਤ ਤੋਂ ਫੜੀ ਗਈ ਸੀ ਕੰਸਾਈਨਮੈਂਟ ਉਹਦਾ ਅਜੇ ਤੱਕ ਪ੍ਰਾਇਮਰੀਲੀ ਦੁਬਈ ਦੇ ਨਾਲ ਲਿੰਕ ਜੁੜਿਆ ਵਾ ਕਿ ਜਿਹੜਾ ਉਹ ਤਾਰਿਕ ਜਿਹੜਾ ਮੈਂ ਦੱਸਿਆ ਵਾ ਬੰਦਾ ਜਿਹਦਾ ਨਾਮ ਫਿਗਰ ਕੀਤਾ ਸੀਗਾ। ਹੁਣ ਅੱਗੇ ਫਰਦਰ ਉਹਦੇ ਤੇ ਐਗਜ਼ਾਮਿਨ ਕਰ ਰਹੇ ਆ, ਉਹਦੀ ਆਇਡੈਂਟੀਫਿਕੇਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਰਦਰ ਅੱਗੇ। ਸੋ ਇਹਨਾਂ ਦਾ ਜ਼ਿਆਦਾ ਲਿੰਕ ਜਿਹੜਾ ਵਾ ਸੀ ਰੂਟ ਦੇ ਨਾਲ ਲਿੰਕ ਜ਼ਿਆਦਾ ਜੁੜਿਆ ਵਾ ਇਹਨਾਂ ਚੀਜ਼ਾਂ ਦਾ। ਜਿਹੜੇ ਪੰਜਾਬ ਨਾਲ ਜੁੜੇ ਆਪਣਾ ਡਰੱਗਸ ਜਿਨ੍ਹਾਂ ਦੀ ਐਕਸਟ੍ਰਾਡੀਸ਼ਨ ਦੀ ਅਸੀਂ ਟਰਾਈ ਕਰ ਰਹੇ ਹਾਂ ਉਹਨਾਂ ਵਿੱਚੋਂ ਕਿਸੇ ਦਾ ਕੋਈ ਹੱਥ ਹੈ ਦੁਆਰਾ? ਇਹ ਮੁੱਢਲੇ ਤੌਰ ਤੇ ਨਹੀਂ ਕਿਹਾ ਜਾ ਸਕਦਾ। ਇਹ ਤਾਂ ਜਦੋਂ ਡਿਟੇਲ ਚ ਇਨਵੈਸਟੀਗੇਸ਼ਨ ਹੋਏਗੀ ਉਦੋਂ ਹੀ, ਕਿਉਂਕਿ ਕਈ ਪਹਿਲੂ ਨੇ ਇਹਦੇ ਵਿੱਚ। ਜਿਹੜੇ ਪਾਰਟਿਕੂਲਰ ਕੇਸ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਮੁੱਢਲੇ ਤੌਰ ਤੇ ਕਹਿਣਾ ਬੜਾ ਮਤਲਬ ਜਲਦਬਾਜ਼ੀ ਹੋਊਗੀ ਇਸ ਚ। ਇਹ ਸਭ ਥੋੜੀ ਜਿਹੀ ਨਾ ਜਿਵੇਂ ਤੁਸੀਂ ਮਲੇਰਕੋਟਲਾ ਦੱਸਿਆ ਉਹਦਾ ਲਿੰਕ ਫਿਰ ਉਹ ਇਹ ਥੋੜੀ ਜਿਹੀ ਕਾਂਡ ਦੱਸੋ ਕਿਉਂਕਿ ਇੱਕ ਸਭ ਨੂੰ ਹੈਗਾ ਵੀ ਕਿਸ ਤਰ੍ਹਾਂ ਲਿੰਕ ਹੈਗਾ ਸਮੁੰਦਰ ਨਾਲ ਕਿਦਾਂ ਇਹਦੇ ਮਨ ਵੀ ਸ਼ਾਇਦ ਵੀ ਇਦਾਂ ਫੜਾ ਇਨਪੁਟ ਹੋ ਕੇ ਹਮੇਸ਼ਾ ਥੋੜਾ ਜਿਹਾ ਦੇਖੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਆ ਜਿਹੜੇ ਇੰਪੋਰਟ ਕਰਦੇ ਆ ਕਾਫੀ ਕੰਟਰੀਜ਼ ਤੋਂ। ਜਦੋਂ ਦੁਬਈ ਤੋਂ ਆਪਾਂ ਗੱਲ ਕੀਤੀ ਹੈ ਇੰਪੋਰਟ ਕਰਦੇ, ਨਾਰਮਲੀ ਕੱਪੜੇ ਦੀ ਇੰਪੋਰਟ ਕਰਦੇ ਆ। ਸੋ ਕੱਪੜੇ ਦੀ ਇੰਪੋਰਟ ਦੇ ਇਵਜ਼ ਦੇ ਵਿੱਚ
ਉਹਦੇ ਵਿੱਚ ਜਿਹੜਾ ਇਹਨਾਂ ਨੇ ਰਿਕਵਰੀ ਵੀ ਜਿਹੜੀ ਹੋਈ ਆ, ਉਹ ਜਿਸ ਤਰ੍ਹਾਂ ਤੁਸੀਂ ਕੱਪੜੇ ਦਾ ਕਦੀ ਦੇਖਿਆ ਹੋਣਾ ਰੋਲ ਹੁੰਦਾ ਹੈ ਜਿਹੜਾ ਕਿ ਇੱਕ ਪਾਰਟਿਕੂਲਰ ਰੋਡ ਦੇ ਆਲੇ ਦੁਆਲੇ ਵੀ ਲਿਟਿਆ ਹੁੰਦਾ ਹੈ, ਉਹ ਰੋਡ ਦੇ ਅੰਦਰੋਂ ਇਹ ਹੈਰੋਇਨ ਬਰਾਮਦ ਹੋਈ ਹੈ। ਸੋ ਜਿਹੜੇ ਇੰਪੋਰਟ ਐਕਸਪੋਰਟ ਦਾ ਜਿਹਦੇ ਕੋਲੇ ਲਾਇਸੈਂਸ ਸੀਗਾ ਉਹ ਪਲੱਸ ਜਿਹੜਾ ਲੋਕਲ ਬੰਦਾ ਸੀਗਾ, ਕਿਉਂਕਿ ਪਹਿਲਾਂ ਇਹਨਾਂ ਨੇ ਇੱਕ ਤਰੀਕਾ ਆਜ਼ਾਦ ਕੀਤਾ, ਜਿਵੇਂ ਉਹਨੇ ਜਿੱਦਾਂ ਮੈਂ ਗੱਲ ਕੀਤੀ ਕਿ ਦੁਬਈ ਵਾਲੇ ਬੰਦੇ ਨਾਲ ਗੱਲ ਕੀਤੀ ਕਿ ਅਸੀਂ ਇਹ ਕੰਸਾਈਨਮੈਂਟ ਮੰਗਵਾਉਣਾ ਚਾਹੁੰਦੇ ਹਾਂ। ਸੋ ਉਹਨੇ ਸਲਾਹ ਦਿੱਤੀ ਕਿ ਤੁਸੀਂ ਕੋਈ ਇਦਾਂ ਦਾ ਬੰਦਾ ਲੱਭੋ ਜਿਹੜਾ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ ਹੋਵੇ, ਲੈਜਿਟੀਮੇਟ ਕੰਮ ਕਰਦਾ ਹੋਵੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ। ਉਹਦੀ ਹੈਲਪ ਲੈ ਕੇ ਇਹਨਾਂ ਨੇ ਜਿਹੜਾ ਉਹ ਇੰਪੋਰਟ ਕੱਪੜੇ ਦੀ ਇੰਪੋਰਟ ਦੀ ਇਵਜ ਦੇ ਵਿੱਚ ਇਹ ਸਮਾਨ ਜਿਹੜਾ ਸੀਗਾ ਮੰਗਾਇਆ। ਉਹ ਜਦੋਂ ਆਪਾਂ ਨੂੰ ਪਤਾ ਲੱਗਿਆ, ਆਪਾਂ ਜਦੋਂ ਕਿਉਂਕਿ ਉਹ ਕਾਫੀ ਦੇਰ ਤੋਂ ਕੰਸਾਈਨਮੈਂਟ ਉੱਥੇ ਪਈ ਹੋਈ ਸੀਗੀ ਜਿਹੜੀ ਕਿ ਫਰਦਰ ਅੱਗੇ ਜਿਹੜੀ ਕਹਿ ਲਓ ਕਿ ਕੈਰੀ ਨਹੀਂ ਕੀਤੀ ਜਾ ਰਹੀ ਸੀਗੀ। ਜਦੋਂ ਪੁਲਿਸ ਨੂੰ ਪਤਾ ਲੱਗਿਆ, ਲੋਕਲ ਪੁਲਿਸ ਨੂੰ, ਜਦੋਂ ਆਪਾਂ ਸੰਪਰਕ ਕੀਤਾ, ਜਦੋਂ ਸਰਚ ਕਰਾਈ, ਉਸੇ ਤਰ੍ਹਾਂ ਹੀ ਨਿਕਲੀ ਜਿਸ ਤਰ੍ਹਾਂ ਆਪਣੇ ਕੋਲ ਇਨਫੋਰਮੇਸ਼ਨ ਸੀਗੀ ਉਹਦੇ ਵਿੱਚ। ਸੋ ਇਵਜ ਦੇ ਵਿੱਚ ਤਾਂ ਇੰਪੋਰਟ ਦੀ ਇਵਜ ਦੇ ਵਿੱਚ ਕੀਤੀ ਗਈ ਹੈ ਇਹ, ਬਟ ਟੋਟਲੀ ਇਲੀਗਲ ਕੰਮ ਜਿਹੜਾ ਕੀਤਾ ਗਿਆ ਵਾ। ਜਿਹੜੇ ਬੰਦੇ ਇੱਥੇ ਸੀਗੇ ਲੋਕਲ ਕੋਈ ਨੈਟਵਰਕ ਪੰਜਾਬ ਦਾ ਤੇ ਉਹ ਪ੍ਰੋਫੈਸ਼ਨਲੀ ਪੁਰਾਣੇ ਹੀ ਸੀਗੇ ਜਾਂ ਉਹਨਾਂ ਦਾ ਕੋਈ ਨਹੀਂ, ਜਿੱਦਾਂ ਇਹ ਬੱਗਾ ਖਾਨ ਦੀ ਆਪਾਂ ਗੱਲ ਕਰਦੇ ਉਹਦੇ ਉੱਤੇ 45 ਮੁਕੱਦਮੇ ਦਰਜ ਆ ਅਲੱਗ-ਅਲੱਗ ਤਰ੍ਹਾਂ ਦੇ, ਜਿੰਦੇ ਤੋਂ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਮੇਨਲੀ। ਠੀਕ ਹੈ ਜੀ। ਸੋ ਉਹਦੇ ਤੇ 45 ਕੇਸਿਸ ਰਜਿਸਟਰਡ ਨੇ। ਉਹਦੇ ਕੋਲੋਂ ਮੋਬਾਈਲ ਜੇਲ੍ਹ ਦੇ ਵਿੱਚ ਮਿਲਿਆ ਵੀ ਸੀਗਾ, ਉਹ ਮੋਬਾਈਲ ਦੀ ਵੀ ਹੁਣ ਐਨਾਲਿਸਿਸ ਕਰਾ ਰਹੇ ਆ। ਉਹ ਮੋਬਾਈਲ ਤੋਂ ਜਿਹੜਾ WhatsApp ਉਹਦੀ ਕਾਲ ਕੀਤੀ ਗਈ ਉੱਥੇ ਦੁਬਈ ਦੇ ਵਿੱਚ, ਉਹ ਵੀ ਸਾਰਾ ਐਨਾਲਿਸਿਸ ਕਰਾ ਰਹੇ ਆ ਉਹਦੇ ਵਿੱਚ। ਸੋ ਪੂਰੀ ਤਹਿ ਤੱਕ ਜਾ ਰਹੇ ਆ ਉਹਦੇ ਵਿੱਚ। ਸਰ ਇਹ ਜਿਹੜਾ ਕੰਟਰੈਕਟ ਸੀਗਾ ਇਹ ਪੰਜਾਬ ਚ ਟ੍ਰੇਡ ਲਈ ਆਇਆ ਸੀਗਾ ਜਾਂ ਕੰਜ਼ਿਊਮਰ? ਨਹੀਂ, ਪੰਜਾਬ ਦੇ ਵਿੱਚ ਟ੍ਰੇਡ ਵਾਸਤੇ ਹੀ ਨੈਚੁਰਲੀ ਅੱਗੇ ਜਾ ਕੇ ਕੰਜ਼ਿਊਮ ਹੋਣਾ ਸੀ, ਪਰ ਪ੍ਰਾਇਮਰੀਲੀ ਉਹਨਾਂ ਨੇ ਸਮਗਲਿੰਗ ਕਰਕੇ ਇੱਥੇ ਲੈ ਕੇ ਆਉਣਾ ਸੀ, ਲਿਆ ਕੇ ਡਿਸਟ੍ਰੀਬਿਊਟ ਕਰਨਾ ਸੀਗਾ। सर एक मेजर शिफ्ट देखा जा रहा है, पहले जहाँ पे क्रॉस बॉर्डर प्रॉब्लम होती थी, अब सी रूट्स को टारगेट किया जा रहा था। इसके लिए कोई स्पेसिफिक प्लान सोचा जा रहा है? ਤੇ ਇਹਦੇ ਲਈ ਦੇਖੋ, ਅਸੀਂ ਜਿਹੜੀ ਸੈਕੰਡ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਪਿਓਰਲੀ ਇੰਟੈਲੀਜੈਂਸ ਇਨਪੁਟ ਸੀ, ਜਿਹੜਾ SSOC ਦਾ ਆਪਰੇਸ਼ਨ ਸੀਗਾ ਜਿਹਦੇ ਵਿੱਚ 72 ਕਿਲੋ ਦੇ ਆਸ-ਪਾਸ ਰਿਕਵਰੀ ਹੋਈ ਹੈ। ਸੋ ਇਸ ਪਹਿਲੂ ਨੂੰ ਬਹੁਤ ਸੀਰੀਅਸਲੀ ਦੇਖਿਆ ਜਾ ਰਿਹਾ ਵਾ। ਅੱਗੇ ਵੀ ਪਹਿਲਾਂ ਵੀ ਇੱਕ ਵਾਰੀ ਰਿਕਵਰੀ ਹੋਈ ਸੀ ਬਹੁਤ ਸਾਲ ਪਹਿਲਾਂ ਵੀ। ਸੋ ਇਸ ਐਸਪੈਕਟ ਨੂੰ ਬਿਲਕੁਲ ਇਗਨੋਰ ਨਹੀਂ ਕੀਤਾ ਜਾ ਰਿਹਾ, ਇਸ ਤੇ ਵੀ ਤਵੱਜੋ ਪੂਰੀ ਦਿੱਤੀ ਜਾ ਰਹੀ ਹੈ ਇਸ ਪਾਰਟਿਕੂਲਰ ਐਸਪੈਕਟ। बस सर पेज है ਕਿਹੜਾ ਪੇਜ ਡਿਸਪਲੇ? should seem like to civil proofs दिखा रहे हो ਤੁਸੀਂ ਕੋਈ ਹੋਰ ਕੁਐਸਚਨ ਹੈ ਤਾਂ ਪੁੱਛੋ ਜੀ ਇਹਦੇ ਰਿਲੇਟਡ। ਸਰ ਐਕਸਕਿਊਜ਼ ਮੀ ਸਰ, ਗਿਲ ਸਰ, ਜਿਹੜਾ ਪੂਰਾ 2 ਕੰਸਾਈਨਮੈਂਟਸ ਪਕੜੇ ਗਏ ਕਾਫੀ ਬੜੇ ਕੰਸਾਈਨਮੈਂਟ, ਆਮ ਤੌਰ ਤੇ ਪੰਜਾਬ ਜਿੰਨਾ ਕੋ ਹਜੇ ਤੱਕ ਰਿਪਰੈਜ਼ੈਂਟ ਕੀਤਾ ਮਤਲਬ ਦਿਖਾਇਆ ਗਿਆ ਜਾਂ ਛੋਟੀ ਅਮਾਉਂਟ ਦੀ ਹੈਰੋਇਨ ਜਿਹੜੀ ਕੰਜ਼ਿਊਮ ਕੀਤੀ ਹੈ, ਜੈਸੇ ਰਮਨ ਨੇ ਵੀ ਪੁੱਛਿਆ, ਮੇਰੀ ਵੀ ਕੁਐਸਚਨ ਹੈ ਕਿ ਕਿਆ ਪੰਜਾਬ ਉਭਰਦਾ ਹੋਇਆ ਡਰੱਗ ਟ੍ਰੇਡ ਮਾਰਕੀਟ ਕਰਨੇ, ਮਤਲਬ ਕਿ ਪਹਿਲਾਂ ਤਾਂ ਦੇਖੋ ਜੀ ਕੋਈ ਗੁਜਰਾਤ ਤੋਂ ਲੈ ਕੇ ਬੰਬੇ ਪੋਰਟ, ਮੁੰਦਰਾ ਪੋਰਟ ਜਾਂ ਜਿਹੜੀ ਵੀ ਪੋਰਟ, ਅਗਰ ਕਿਸੇ ਨੇ ਟ੍ਰੇਡ ਕਰਨੀ ਹੈ ਤਾਂ ਉੱਥੋਂ ਹੀ ਉਹ ਮੁੰਬਈ, ਨੇਪਾਲ, ਵੈਸਟ ਬੰਗਾਲ ਕਿਧਰੇ ਵੀ ਕਰ ਸਕਦਾ ਹੈ। ਉਹ ਥਰੂ ਪੰਜਾਬ ਲੈ ਕੇ ਆ ਰਿਹਾ ਜਾਂ ਪੰਜਾਬ ਤੋਂ ਟ੍ਰੇਡ ਹੋ ਰਿਹਾ ਹੁਣ ਪੂਰੇ ਇੰਡੀਆ ਵਿੱਚ? ਦੇਖੋ ਜੀ, ਇਹਦੇ ਵਿੱਚ ਜਦੋਂ ਆਪਾਂ ਆਪਣੀ ਇਨਵੈਸਟੀਗੇਸ਼ਨ ਦੀ ਜਿਹੜੀ ਡੈਪਥ ਆ ਕਿੰਨੀ ਕੁ ਉੱਤੇ ਡਿਪੈਂਡ ਕਰਦਾ ਹੈ। ਆਪਾਂ ਜਦੋਂ ਵੀ ਕੋਈ ਕੁਆਂਟੀਟੀ ਫੜਦੇ ਹਾਂ, ਜਿਸ ਤਰ੍ਹਾਂ ਇਹ 10 ਗ੍ਰਾਮ ਤੋਂ ਗੱਲ ਚੱਲੀ, 10 ਗ੍ਰਾਮ ਵਾਲਾ ਫੜਿਆ, ਜੇ ਪੁਲਿਸ ਇਨਵੈਸਟੀਗੇਸ਼ਨ ਹੀ ਕਰੇਗੀ 10 ਗ੍ਰਾਮ ਤੇ ਗੱਲ ਰੁਕ ਜੇਗੀ। ਸੋ ਜਦੋਂ ਆਪਾਂ ਡੈਪਥ 'ਚ ਜਾਂਦੇ ਹਾਂ, ਬੈਕਗਰਾਉਂਡ 'ਚ ਜਾਂਦੇ ਹਾਂ, ਆਪਾਂ ਤੁਰੇ ਤੋਂ ਜਾ ਕੇ ਫੜ ਲਈ 75 ਕਿਲੋ ਕਿ ਬਿਲਕੁਲ ਐਂਡ ਤੋਂ ਜਾ ਕੇ ਫੜ ਲਈ 75 ਕਿਲੋ। ਸੋ ਉਹ ਅੱਗੇ ਫਰਦਰ ਕਿਵੇਂ ਡਿਸਟ੍ਰੀਬਿਊਟ ਹੋਣੀ ਸੀਗੀ, ਕਿਵੇਂ ਹੋਣੀ ਸੀਗੀ, ਉਹ ਤਾਂ ਹੁਣ ਇਨਵੈਸਟੀਗੇਸ਼ਨ 'ਚ ਪਤਾ ਚੱਲੇਗਾ। ਬਟ ਆਪਣਾ ਮੇਨ ਕੰਮ ਜਿਹੜਾ ਪੁਲਿਸ ਦਾ ਜਿਹੜਾ ਯੂ ਕੈਨ ਸੇ ਕਿ ਜਿਹਦੇ ਤੇ ਸਭ ਤੋਂ ਵੱਧ ਸਟ੍ਰੈਸ ਦਿੱਤਾ ਜਾ ਰਿਹਾ ਹੈ, ਉਹ ਬੈਕਵਰਡ ਲਿੰਕੇਜ ਤੇ ਦਿੱਤਾ ਜਾ ਰਿਹਾ ਹੈ ਕਿ ਕਿੱਥੋਂ ਲੈ ਕੇ ਆਏ। ਜਿਵੇਂ ਹੁਣ 10 ਗ੍ਰਾਮ ਤੋਂ 260 ਗ੍ਰਾਮ ਤੇ ਗਈ, 260 ਗ੍ਰਾਮ ਤੋਂ ਅਲਟੀਮੇਟਲੀ ਮਿਹਨਤ ਕਰਦੇ ਕਰਦੇ ਉਹ 75 ਕਿਲੋ ਤੇ ਚਲੀ ਗਈ। ਸੋ ਇਹ ਸਾਰਾ ਜਦੋਂ ਜਿਹੜੇ ਏਰੀਆ 'ਚ ਡਿਸਟ੍ਰੀਬਿਊਸ਼ਨ ਹੁੰਦੀ ਆ, ਹੋ ਸਕਦਾ ਕਿਸੇ ਇੱਕ ਪਾਰਟਿਕੂਲਰ ਪੁਆਇੰਟ ਤੋਂ ਜ਼ਿਆਦਾ ਏਰੀਆਜ਼ 'ਚ ਨਹੀਂ ਹੋਵੇ, ਬਟ ਡਿਪੈਂਡ ਕਰਦਾ ਪੁਲਿਸ ਦੀ ਕੈਪੇਬਿਲਿਟੀ ਤੇ ਕਿ ਉਹ ਆਪਣੀ ਥੋੜੀ ਕੁਆਂਟੀਟੀ ਤੋਂ ਬੈਕਵਰਡ ਜਾ ਕੇ ਕਿਹੜੀ ਜਗ੍ਹਾ ਤੋਂ ਜਾ ਕੇ ਫੜਦੀ ਹੈ। ਸੋ ਇਹਨੂੰ ਆਪਾਂ ਤੁਰੇ ਤੋਂ ਜਾ ਕੇ ਫੜ ਲਿਆ ਜੀ। 75 ਕਿਲੋ ਆਈ ਸੀ ਕੰਸਾਈਨਮੈਂਟ, ਹੁਣ ਉਹ ਕਿੱਥੇ ਕਿੱਥੇ ਜਾਣੀ ਸੀ ਉਹ ਗੁਜਰਾਤ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰੇਗੀ ਤਹਿ ਤੱਕ ਜਾਏਗੀ, ਪਤਾ ਲੱਗੇਗਾ। ਬਟ ਆਪਾਂ ਮੇਨ ਜਿਹੜੀ ਕੰਸਾਈਨਮੈਂਟ ਸੀ ਉਹ ਫੜ ਲਈ ਇਹਦੇ ਵਿੱਚ। ਸਰ ਗੱਲ ਚੱਲੀ ਹੈ ਵੀ ਬਾਰ-ਬਾਰ ਕਿ ਇੱਕ ਤਾਂ ਕੰਸੈਂਟ ਜਿਹੜੀ ਫੜ ਲਈ ਹੈਗੀ ਹੈ ਨਜ਼ਰਾਂ ਚ ਆ ਕੇ
ਹੈ ਕੁਝ ਆਇਆ ਸੀ ਪਹਿਲਾਂ ਕੁਝ ਪਹਿਲਾਂ ਕੰਟੀਨਿਊਸ ਨਹੀਂ ਇਹਦੇ ਵਿੱਚ ਜੀ ਜਿਹੜਾ ਹੁਣ ਜਦੋਂ ਆਪਾਂ ਇੱਕ ਪਾਰਟਿਕੂਲਰ ਮੋਡਿਊਲ ਕਹਿ ਸਕਦੇ ਹਾਂ ਕਿ ਇੱਕ ਚੇਨ ਆਪਾਂ ਬ੍ਰੇਕ ਕੀਤੀ ਇਹਦੇ ਵਿੱਚ, ਸੋ ਫਰਦਰ ਅੱਗੇ ਜਦੋਂ ਇਹਦੇ ਵਿੱਚ ਫਰਦਰ ਆਏਗੀ ਉਹ ਵੀ ਪਤਾ ਲੱਗ ਜਾਏਗਾ, ਜੇ ਕੋਈ ਹੋਰ ਕੰਸਾਈਨਮੈਂਟ ਹੋ ਗਈ ਉਹ ਵੀ ਪਤਾ ਲੱਗ ਜਾਏਗਾ। ਸੋ ਇਹ ਤਾਂ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਪਤਾ ਲੱਗੇਗਾ ਸਾਰਾ ਕੁਝ। ਸਰ ਵੈਪਨ ਆਉਂਦੇ ਸੀ ਪੱਕਾ ਜੇ ਪਾਕਿਸਤਾਨ ਕਦੇ ਅੱਧਾ ਕਿਲੋ ਨਾਲ ਵੈਪਨ ਪੱਕਾ ਆਉਂਦੇ ਨੇ ਉਹ ਨਾ ਲਿਆ ਕਿ ਇਹਨਾਂ ਨਾਲ ਜੇ ਸਰਕਾਰ ਚਾਹੁੰਦੀ ਕਿ ਵੀ ਇਹ ਜਿੱਦਾਂ ਹਥਿਆਰ ਵੀ ਆਉਂਦੇ ਨੇ ਬਾਹਰੋਂ ਆਉਂਦੇ ਤੇ ਤੁਸੀਂ ਇਹ ਜਿਹੜੀ ਹੈ ਵੀ ਵੈਪਨਸ ਵੀ ਕਾਫੀ ਜਿਹੜੇ ਆਉਂਦੇ ਇਦਾਂ ਹੀ ਆਉਂਦੇ ਆ ਕਿਉਂਕਿ ਜਿੰਨੀ ਕੁ ਤਫਤੀਸ਼ ਹੁਣ ਹੋਈ ਹੈ ਨਹੀਂ ਇਹ ਜਿਹੜੀ ਕੰਸਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਹਾਂ, ਨਹੀਂ ਜਿਹੜੀ ਕੰਸਾਈਨਮੈਂਟ ਦੀ ਆਪਾਂ ਗੱਲ ਕਰ ਰਹੇ ਇਹਦੇ ਨਾਲ ਕੋਈ ਵੈਪਨਸ ਦੀ ਐਸ ਸੱਚ ਪ੍ਰੀਲਿਮਿਨਰੀ ਤੌਰ ਤੇ ਕੋਈ ਇਦਾਂ ਦੀ ਚੀਜ਼ ਨਹੀਂ ਮਿਲੀ। ਉਹ ਹੋਰ ਜਿਹੜੇ ਕੇਸਿਸ ਤੁਸੀਂ ਕਹਿ ਰਹੇ ਹੋ ਠੀਕ ਆ, ਕਈ ਵਾਰੀ ਇਦਾਂ ਦੇ ਇਨਸੀਡੈਂਟਸ ਹੈਗੇ ਆ ਪੁਰਾਣੇ, ਬਟ ਐਸ ਪਾਰਟਿਕੂਲਰ ਕੇਸ 'ਚ ਕੋਈ ਵੈਪਨਸ ਦੀ ਇਨਫੋਰਮੇਸ਼ਨ ਨਹੀਂ। ਸਰ ਡਰੱਗਸ ਦੇ ਨਾਲ ਹੁਣ ਗੈਂਗਸਟਰ ਦੀ ਥੋੜਾ ਦੱਸੋ ਕੱਲ ਜਿਹੜੀ ਆਪਰੇਸ਼ਨ ਹੋਇਆ ਹੈ ਜਿਹਦੇ ਵਿੱਚ ਹੁਣ ਇਹ ਵੀ ਗੱਲ ਸਾਹਮਣੇ ਆਈ ਕਿ ਕਾਫੀ ਦਿਨਾਂ ਤੋਂ ਇਹ ਚੱਲਦਾ ਸੀਗਾ ਜਿਹੜੀ ਰੰਗਦਾਰੀ ਫਰੋਤੀ ਮੰਗ ਕੇ ਜਿਹੜੇ ਹੋਟਲ ਓਨਰਸ ਨੇ ਤੇ ਬਿਲਡਰਸ ਨੇ ਉਹਨਾਂ ਤੋਂ ਰੰਗਦਾਰੀ ਫਰੋਤੀ ਮੰਗਦੇ ਸੀ ਕਾਫੀ ਦਿਨਾਂ ਤੋਂ ਇਹ ਵੱਡਾ ਆਪਰੇਸ਼ਨ ਹੋਇਆ ਜਿਹਦੇ ਕੱਲ ਫੜੇ ਗਏ ਉਹਦੇ ਬਾਰੇ ਥੋੜਾ ਇਹ ਕੱਲ ਵਾਲਾ ਜਿਹੜਾ ਇਹਦੇ ਵਿੱਚ 11 ਤਰੀਕ ਦੀ ਇੱਕ FIR ਦਰਜ ਸੀ ਆਲਰੇਡੀ, ਜਿਹਦੇ ਵਿੱਚ ਕਿਸੇ ਹੋਟਲ ਤੇ ਓਨਰ ਕੋਲੋਂ ਐਕਸਟੋਰਸ਼ਨ ਦੀ ਡਿਮਾਂਡ ਕਰ ਰਹੇ ਸੀਗੇ। ਪੁਲਿਸ ਦਾ ਬੜਾ ਵਧੀਆ ਆਪਰੇਸ਼ਨ ਆ, ਕਾਫੀ ਦੇਰ ਤੋਂ ਟ੍ਰੈਪ ਲਾਇਆ ਹੋਇਆ ਸੀਗਾ। ਸੋ ਕੱਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਤਿੰਨ ਬੰਦੇ ਅਰੈਸਟ ਹੋਏ ਆ, ਜਿਹਦੇ ਵਿੱਚ ਇੱਕ ਰਣਬੀਰ ਸਿੰਘ ਆ, ਇੱਕ ਆਸ਼ੀਸ਼ ਰਾਣਾ ਹੈ ਔਰ ਇੱਕ ਵਿਸ਼ਾਲ ਕੁਮਾਰ ਆ। ਦੋ ਜਿਹੜੇ ਨੇ ਬਰਵਾਲਾ ਦੇ ਰਹਿਣ ਵਾਲੇ ਆ, ਇੱਕ ਮਾਜਰੀ ਦਾ ਰਹਿਣ ਵਾਲਾ ਵਾ ਇਹਦੇ ਵਿੱਚੋਂ। ਸੋ ਇਹਨਾਂ ਦਾ ਮੇਨ ਜਿਹੜਾ ਲਿੰਕ ਲੱਭਿਆ ਗਿਆ ਉਹ ਅੰਕਿਤ ਰਾਣਾ ਦੇ ਨਾਲ ਲੱਭਿਆ ਗਿਆ, ਉਹਦੇ ਪਿੱਛੇ ਲੱਗੀ ਹੋਈ ਹੈ ਪੁਲਿਸ। 2 ਪਿਸਟਲ ਮਿਲੇ ਇਹਨਾਂ ਕੋਲੋਂ ਔਰ 10 ਜਿਹੜੇ ਨੇ ਕਾਰਟ੍ਰਿਜਸ ਮਿਲੇ ਆ, ਔਰ ਕਾਫੀ ਅੱਛਾ ਆਪਰੇਸ਼ਨ ਸੀਗਾ ਇਹ ਵਾਲਾ ਕੱਲ ਦਾ ਜਿਹੜਾ, ਕਿਉਂਕਿ ਮੌਕੇ ਤੇ ਹੀ ਟ੍ਰੈਪ ਲਾਇਆ ਹੋਇਆ ਸੀ। ਜਦੋਂ ਬੰਦੇ ਉੱਥੇ ਆਏ ਮੌਕੇ ਤੇ ਹੀ ਥੋੜਾ ਪੁਲਿਸ ਦੇ ਨਾਲ ਇਹਨਾਂ ਦਾ ਐਨਕਾਊਂਟਰ ਹੋਇਆ, ਐਨਕਾਊਂਟਰ ਤੋਂ ਬਾਅਦ ਅਰੈਸਟ ਹੋ ਗਏ ਤੁਰੰਤ। ਉਹਦੇ 'ਚ ਇੱਕ ਸਬ ਇੰਸਪੈਕਟਰ ਦੇ ਥੋੜੀ ਸੱਟ ਲੱਗੀ ਆ, ਜਿਹੜਾ ਕਿ ਆਊਟ ਆਫ ਡੇਂਜਰ ਆ, ਕੋਈ ਸੀਰੀਅਸ ਕੰਡੀਸ਼ਨ ਦੇ ਵਿੱਚ ਨਹੀਂ ਆ। ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ DIG ਰੋਪੜ ਰੇਂਜ ਜਿਹੜੇ ਨੇ ਉਹਨਾਂ ਦੀ ਸੁਪਰਵਿਜ਼ਨ 'ਚ, ਜਿਹਦੇ ਵਿੱਚ AGTF ਜਿਹੜੀ ਆ ਉਹ ਮਿਲ ਕੇ, ਕਿਉਂਕਿ ਉਹਨਾਂ ਕੋਲੇ ਦੋਨੇ ਚਾਰਜ ਹੈਗੇ ਆ, ਉਹਨਾਂ ਦੀ ਸੁਪਰਵਿਜ਼ਨ 'ਚ ਚੱਲ ਰਹੀ ਹੈ ਇਨਵੈਸਟੀਗੇਸ਼ਨ। ਸਰ ਇੱਕ ਲੁਧਿਆਣਾ ਦੇ ਵਿੱਚ ਅੱਜ ਗੈਂਗਵਾਰ ਹੋਈ ਹੈ ਔਰ ਇੱਕ ਅੰਮ੍ਰਿਤਸਰ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਫਾਇਰਿੰਗ ਦੀ ਜਿਹੜੀ ਜਾਣਕਾਰੀ ਹੈ ਇਹਨਾਂ ਬਾਰੇ ਉਹਦੇ ਬਾਰੇ ਅਜੇ ਲੈ ਰਹੇ ਆ ਜੀ। ਜਿਹੜੇ ਲੁਧਿਆਣਾ ਦੇ ਵਿੱਚ ਕੋਈ 2 ਗਰੁੱਪ ਜਿਹੜੇ ਸੀ ਉਹਨਾਂ 'ਚ ਆਪਸ 'ਚ ਕੋਈ ਥੋੜੀ ਸਕਫਲ ਹੋਈ ਆ, ਉਹ ਡਿਟੇਲਸ ਅਵੇਟਡ ਨੇ ਅਜੇ। ਜਿਹੜਾ ਅੰਮ੍ਰਿਤਸਰ ਦੇ ਵਿੱਚ ਸੀਗਾ ਉਹ ਇੱਕ ਜਿਹੜੇ ਨੇ ਮਿਸਟਰ ਬੱਬੂ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਮੇਰੇ ਤੇ ਫਾਇਰਿੰਗ ਹੋਈ ਆ, ਉਹਦੀ ਅੰਮ੍ਰਿਤਸਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਸੋ ਫਰਦਰ ਜਦੋਂ ਡਿਟੇਲਸ ਆਉਂਦੀਆਂ ਉਹ ਸ਼ੇਅਰ ਕਰਾਂਗੇ ਤੁਹਾਡੇ ਨਾਲ। ਠੀਕ ਹੈ ਜੀ, ਥੈਂਕ ਯੂ ਜੀ। ਠੀਕ ਹੈ, ਦੂਸਰੀ ਕਰਨੀ ਹੈ ਆਪਾਂ 2 ਮਿੰਟ ਵੇਟ ਕਰ ਲਓ, ਦੁਬਾਰਾ ਗੱਲ ਕਰਾਂਗੇ। ਪੜੇਗਾ